ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ। ਉਮੀਦ ਕਰਦਾ ਸਾਰੇ ਠੀਕ ਹੋਵੋਗੇ। ਅਤੇ ਅੱਜ ਆਪਾਂ ਲਾਉਣ ਲੱਗੇ ਹਾਂ ਭਾਈ ਪੈਡਾਗੋਗੀ ਦਾ ਲੈਕਚਰ ਨੰਬਰ 2। ਠੀਕ ਹੈ, ਪੈਡਾਗੋਗੀ ਦਾ ਲੈਕਚਰ ਨੰਬਰ 2 PDF ਤੁਹਾਨੂੰ ਮੇਰੇ ਪ੍ਰੋਵਾਈਡ ਕਰਵਾ ਦੂੰਗਾ ਟੈਲੀਗ੍ਰਾਮ 'ਤੇ, ਟੈਨਸ਼ਨ ਨਾ ਲਓ। ਠੀਕ ਹੈ ਜੀ। ਅਤੇ ਕੱਲ੍ਹ ਨੂੰ ਦੇਖੋ, ਇਹ MCQ ਦੀ ਲੜੀ ਤਾਂ ਆਪਣੀ ਚੱਲਦੀ ਰਹੂਗੀ। ਕੱਲ੍ਹ ਨੂੰ ਇਹਦੇ ਵਿੱਚ ਜਿਹੜੇ ਨੇ ਟੌਪਿਕ ਦਿੱਤੇ ਹੋਏ ਆ, ਜਿਵੇਂ ਆਂਗਣਵਾੜੀ ਵਰਕਰ ਬਾਰੇ ਕੰਮ ਦੱਸੇ ਹੋਏ ਆ, ਉਹਦੇ ਪਲੱਸ ਨਿਊਟ੍ਰੀਸ਼ਨ ਬਾਰੇ ਕੰਮ ਦੱਸੇ ਹੋਏ ਆ, ਉਹਦਾ ਵੀ ਤੁਹਾਡੇ ਵਾਸਤੇ ਕੱਲ੍ਹ ਨੂੰ ਮੈਂ ਸਪੈਸ਼ਲ ਲੈਕਚਰ ਲਾਇਆ ਕਰੂੰਗਾ ਇੱਕ ਦਿਨ 'ਚ। ਦੇਖੋ ਬੱਚੋ, ਇੱਕ ਗੱਲ ਚੀਜ਼ ਦੀ ਮੈਂ ਗਰੰਟੀ ਹੁਣ ਲੈਣਾ, ਠੀਕ ਹੈ, ਕਿ ਸਾਡੀ ਸਿਲੈਕਸ਼ਨ ਦੀ ਜ਼ਿੰਮੇਵਾਰੀ ਮੈਂ ਲੈਣਾ ਗਾ। ਜਿਹੜੇ ਬੱਚਿਆਂ ਨੇ ਆਂਗਣਵਾੜੀ ਸੁਪਰਵਾਈਜ਼ਰ 'ਚ ਅਪਲਾਈ ਕੀਤਾ, ਉਹਨਾਂ ਦੀ ਜ਼ਿੰਮੇਵਾਰੀ ਮੈਂ ਲੈਣਾ ਸਿਲੈਕਸ਼ਨ ਦੀ, ਕਿ 101% ਮੇਰੇ ਕਰਵਾਏ ਹੋਏ ਸਿਲੇਬਸ ਤੋਂ। ਦੇਖੋ 100% ਨੰਬਰ ਦਾ ਪੇਪਰ ਆ, 100 ਦੇ ਵਿੱਚ ਇੰਨੀ ਗਰੰਟੀ ਲੈ ਲੈਣਾ ਕਿ 80 ਤੋਂ 90% ਸਿਲੇਬਸ ਮੇਰਾ ਕਰਵਾਇਆ ਹੋਇਆ ਹੋਊਗਾ। ਠੀਕ ਹੈ, ਰਿਜ਼ਲਟ ਤੁਸੀਂ ਪਹਿਲਾਂ ਪੇਪਰਾਂ 'ਚ ਦੇਖ ਹੀ ਚੁੱਕੇ ਹੋ ਮੇਰਾ। ਠੀਕ ਹੈ, ਤਾਂ ਕਰਕੇ ਮੈਂ ਇਹ ਗੱਲ ਕਹਿੰਦਾ ਕਿ ਜੁੜੇ ਰਹੋ ਚੈਨਲ ਦੇ ਨਾਲ। ਠੀਕ ਹੈ, ਸਾਰਾ ਕੁਝ ਫ੍ਰੀ 'ਚ ਪ੍ਰੋਵਾਈਡ ਕਰਵਾਊਂਗਾ। 1 ਵੀ ਰੁਪਈਆ ਤਾਂ ਤੋਂ ਕਿਸੇ ਤੋਂ ਬੱਚੇ ਤੋਂ ਨਹੀਂ ਲੈਣਾ ਮੈਂ। ਜਿਸ ਤੋਂ ਪਹਿਲਾਂ ਤੇ ਫ੍ਰੀ PDF ਬਸ ਲੱਗੇ ਰਹੋ। ਪੇਪਰ ਵਿੱਚ ਤੁਹਾਡੇ ਕੋਲ ਅੱਜ 1 ਮਹੀਨਾ ਹੈਗਾ, ਬਾਅਦ ਵਿੱਚ ਪਤਾ ਕੀ ਚੱਕਰ ਹੁੰਦਾ ਗਾ, ਬੱਚਿਆਂ ਨੇ ਕੋਈ ਬਾਹਲਾ ਤਾਂ ਅਪਲਾਈ ਕੀਤਾ ਨਹੀਂ ਇਹਨਾਂ ਨੇ। ਠੀਕ ਹੈ, ਅਤੇ ਤਾਂ ਕਰਕੇ ਮੈਂ ਕਹਿੰਦਾ ਕਿ ਜੁੜੇ ਰਹੋ ਚੈਨਲ ਦੇ ਨਾਲ, ਤੁਹਾਡਾ ਫਾਇਦਾ ਹੋ ਜਾਊਗਾ। ਠੀਕ ਹੈ, ਬਾਕੀ ਤੁਹਾਡੀ ਮਰਜ਼ੀ ਹੈ, ਕਿਤੋਂ ਪੇਡ ਕੋਰਸ ਲੈਣਾ ਕੁਛ ਮਰਜ਼ੀ ਕਰੋ, ਉਹਦੇ ਬਾਰੇ ਮੈਂ ਕੁਛ ਨਹੀਂ ਕਹਿੰਦਾ। ਜੇ ਕਿਸੇ ਬੱਚੇ ਨੇ ਫ੍ਰੀ 'ਚ ਸਟੱਡੀ ਕਰਨੀ ਹੈ, ਕੋਈ ਬੱਚਾ ਫੀਸ ਦੇਣ ਦੇ ਵਿੱਚ ਯੋਗ ਨਹੀਂ ਹੈਗਾ, ਮੇਰਾ ਇਹ ਚੈਨਲ ਚਲਾਉਣ ਦਾ ਮਕਸਦ ਇਕੱਲਾ ਕਮਾਈ ਕਰਨਾ ਨਹੀਂ ਹੈਗਾ। ਜੇ ਕਮਾਈ, ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਕਿ ਜੇ ਮੈਂ ਕੋਈ ਵੀ ਕੰਮ ਕਮਾਈ ਵਾਸਤੇ ਕਰਨਾ ਹੁੰਦਾ, ਕਮਾਈ ਵਾਸਤੇ ਮੈਂ ਹੁਣ ਵੀ ਕਰ ਸਕਦਾ। ਬਹੁਤ ਇਹਦੇ 'ਚ ਮਤਲਬ ਆਫਰ ਆਉਂਦੇ ਆ ਕਿ ਭਾਈ ਆਹ ਐਪ ਦੇ ਦਿਓ ਫਲਾਣੇ ਨੂੰ, ਆਹ ਐਪ ਡਾਊਨਲੋਡ ਕਰਨ ਨੂੰ ਕਹਿ ਦਿਓ, ਤੁਹਾਨੂੰ ਇੰਨੇ ਰੁਪਏ ਦੇ ਦਾਂਗੇ। ਠੀਕ ਹੈ, ਪਰ ਉਹ ਕੰਮ ਨਾ ਤਾਂ ਫੇਕ ਕੰਮ ਮੈਂ ਅੱਜ ਕੀਤੇ ਨਾ ਹੀ ਕਦੇ ਕਰਨਾ। ਜੇ ਕੋਈ ਸਹੀ ਚੀਜ਼ ਹੋਊਗੀ ਉਹਦੀ ਪ੍ਰਮੋਸ਼ਨ ਜ਼ਰੂਰ ਕਰੂੰਗਾ, ਪਰ ਫੇਕ ਚੀਜ਼ ਦੀ ਕਦੇ ਨਹੀਂ ਕਰੂੰਗਾ। ਠੀਕ ਹੈ, ਤਾਂ ਪੈਸੇ ਕਮਾਉਣ ਤੋਂ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਸਿਪਾਹੀਆਂ, ਮੇਰੇ ਕੋਲ ਇੰਨੇ ਬੱਚੇ ਸੀ, 1,80,85,000 ਦੇ ਨੇੜੇ ਬੱਚੇ ਸੀ ਸਿਪਾਹੀਆਂ ਵਾਲੇ। ਠੀਕ ਹੈ, ਪੈਸੇ ਲੈਣੇ ਹੁੰਦੇ ਤਾਂ ਮੈਂ ਜਿੰਨੇ ਮਰਜ਼ੀ ਪੈਸੇ ਕਮਾ ਸਕਦਾ ਸੀ। ਤਾਂ ਕਰਕੇ ਮੈਂ ਸਿਰਫ ਇੱਕ ਪੜ੍ਹਾਈ ਉਹਨਾਂ ਸਟੂਡੈਂਟਾਂ ਵਾਸਤੇ ਸ਼ੁਰੂ ਕਰੀ ਹੈ ਜਿਹੜੇ ਬੱਚੇ ਫੀਸ ਦੇਣ ਦੇ ਯੋਗ ਨਹੀਂ ਹੈਗੇ। ਜਿਵੇਂ ਤੁਹਾਨੂੰ ਦੱਸਿਆ ਸੀ ਕਿ ਮੇਰੇ ਕੋਲ 1-2 ਸਟੂਡੈਂਟ ਹੁੰਦੇ ਸੀ, ਮੈਨੂੰ ਲੱਗਿਆ ਯਾਰ ਉਹਨਾਂ ਕੋਲ ਫੀਸ ਨਹੀਂ ਹੁੰਦੀ ਸੀ ਵਿਚਾਰਿਆਂ ਕੋਲ ਦੇਣ ਨੂੰ, ਨਾ ਹੀ ਮੈਂ ਕਦੇ ਫੀਸ ਲੈਤੀ ਸੀ, ਤੁਹਾਨੂੰ ਪਹਿਲੀ ਵੀ ਗੱਲ ਦੱਸੀ ਹੈ ਮੈਂ। ਠੀਕ ਹੈ, ਤਾਂ ਮੈਨੂੰ ਇਹ ਹੁੰਦਾ ਸੀ ਕਿ ਯਾਰ ਕਿ ਹੋਰ ਕਿੰਨੇ ਕੁ ਆਪਣੇ ਪੰਜਾਬ 'ਚ ਕਿੰਨੇ ਕੁ ਸਟੂਡੈਂਟ ਹੋਣਗੇ ਜਿਨ੍ਹਾਂ ਕੋਲ ਮਤਲਬ ਇਹ ਚੀਜ਼ ਫੀਸ ਦੇਣ 'ਚ ਅਸਫਲ ਨੇ ਬੱਚੇ। ਠੀਕ ਹੈ, ਉਹਨਾਂ ਨੂੰ ਦੇਖ ਕੇ ਮੈਂ ਇਹ ਚੀਜ਼ ਚਲਾਈ ਹੈ, ਅਤੇ ਸਾਰੇ ਬੱਚਿਆਂ ਨੇ ਸਾਥ ਦੇਣਾ। ਠੀਕ ਹੈ, ਚੰਗੀ ਤਰ੍ਹਾਂ ਪੜ੍ਹੋ, ਕਿਸੇ ਵੀ ਚੀਜ਼ ਦੀ ਸਮਝ ਨਹੀਂ ਆਉਂਦੀ ਪੁੱਛੋ ਕਮੈਂਟਾਂ ਦੇ ਵਿੱਚ। ਠੀਕ ਹੈ, ਅਤੇ PDF ਤੁਹਾਨੂੰ ਪ੍ਰੋਵਾਈਡ ਕਰਵਾ ਦੂੰਗਾ ਮੈਂ। ਅਤੇ ਹੁਣ ਕਰਦੇ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਭਾਈ, ਸ਼ੇਅਰ ਕਰ ਦਿਓ ਵੱਧ ਤੋਂ ਵੱਧ, ਅਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ। ਠੀਕ ਹੈ, 85K 'ਤੇ ਲੈ ਜਾਓ ਜਲਦੀ ਤੋਂ ਜਲਦੀ ਆਪਣੇ ਚੈਨਲ ਨੂੰ। ਠੀਕ ਹੈ, ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪਹਿਲੇ ਆਪਰੇਸ਼ਨ 'ਤੇ। ਦੇਖੋ ਬੱਚੋ, ਪਹਿਲਾ ਆਪਰੇਸ਼ਨ ਕੀ ਕਹਿੰਦਾ, ਹੇਠ ਲਿਖਿਆ ਵਿੱਚੋਂ ਕਿਹੜਾ ਅੰਦਰੂਨੀ ਤੌਰ 'ਤੇ ਪ੍ਰੇਰਿਤ ਬੱਚਿਆਂ ਦੀ ਵਿਸ਼ੇਸ਼ਤਾ ਨਹੀਂ ਹੈ। ਦੇਖੋ, ਜਿਹੜੇ ਬੱਚੇ ਕਹਿੰਦੇ ਅੰਦਰੂਨੀ ਤੌਰ 'ਤੇ ਪ੍ਰੇਰਿਤ ਹੁੰਦੇ ਆ, ਉਹਨਾਂ ਦੀ ਵਿਸ਼ੇਸ਼ਤਾ ਨਹੀਂ ਹੈਗੀ ਇਹ। ਅੰਦਰੂਨੀ ਤੌਰ 'ਤੇ ਵਿਸ਼ੇਸ਼ਤਾ ਕਿ ਕਿਹੜੇ ਬੱਚੇ ਦੇ ਵਿੱਚ ਕੌਨਫੀਡੈਂਸ ਜ਼ਿਆਦਾ ਹੁੰਦਾ ਗਾ, ਜਿਹੜੇ ਬੱਚੇ ਦੇ ਵਿੱਚ ਕੋਈ ਚੀਜ਼ ਗੇਨ ਕਰਨ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ, ਉਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਕਿਹੜੇ ਅੰਦਰੂਨੀ ਪ੍ਰੇਰਿਤ ਹੈ ਬੱਚਾ। ਠੀਕ ਹੈ, ਉਹ ਹਮੇਸ਼ਾ ਸਫਲ ਹੁੰਦੇ ਹਨ, ਉਹ ਆਪਣਾ ਕੰਮ ਕਰਨ ਵਿੱਚ ਆਨੰਦ ਲੈਂਦੇ ਨੇ। ਆਹ ਗੱਲ ਤਾਂ ਬਿਲਕੁਲ ਸਹੀ ਹੈ, ਉਹ ਆਪਣਾ ਕੰਮ ਕਰਨ 'ਚ ਆਨੰਦ ਲੈਂਦੇ ਹਨ, ਉਹ ਕੰਮ ਕਰਦੇ ਹਨ ਅਤੇ ਪੱਧਰੀ ਐਨਰਜੀ ਦਿਖਾਉਂਦੇ ਹਨ, ਇਹ ਵੀ ਸਹੀ ਹੈ। ਉਹ ਚੁਣੌਤੀਪੂਰਨ ਕਾਰਜਾਂ ਨੂੰ ਪਸੰਦ ਕਰਦੇ, ਪਰ ਉਹ ਹਮੇਸ਼ਾ ਸਫਲ ਹੁੰਦੇ। ਹਮੇਸ਼ਾ ਸਫਲ ਕਦੇ ਕੋਈ ਨਹੀਂ ਹੋ ਸਕਦਾ, ਚਾਹੇ ਮੈਂ ਪਰਫੈਕਟ ਹਾਂ ਕਿਸੇ ਚੀਜ਼ ਦੇ ਵਿੱਚ। ਮੰਨ ਲਓ ਮੈਂ ਪਰਫੈਕਟ ਹਾਂ, ਠੀਕ ਹੈ, ਮੈਨੂੰ ਕੰਪਿਊਟਰ ਵੀ ਵਧੀਆ ਆਉਂਦਾ, ਕੰਪਿਊਟਰ ਵੀ ਵਧੀਆ ਸਮਝਾ ਸਕਦਾ ਹਰੇਕ ਬੱਚੇ ਨੂੰ। ਠੀਕ ਹੈ, ਐਗਰੀਕਲਚਰ ਮੇਰੀ BSc ਰਹੀ ਹੈ, ਮੈਂ ਕਰਵਾ ਸਕਦਾ ਐਗਰੀਕਲਚਰ। ਮੈਥ ਮੇਰੇ ਕੋਲ +2 'ਚ ਹੁੰਦਾ ਸੀ, ਬਾਇਓਲੋਜੀ ਮੇਰਾ ਫੇਵਰੇਟ ਸਬਜੈਕਟ ਹੈ। ਠੀਕ ਹੈ, ਸਾਇੰਸ ਹੋ ਗਈ, ਆਪਣਾ ਫਿਜ਼ਿਕਸ ਕੈਮਿਸਟਰੀ, ਅਤੇ GK ਹੋ ਗਈ, ਪੰਜਾਬ GK, ਸਾਰੇ ਸਬਜੈਕਟਾਂ ਦੇ ਵਿੱਚ ਮੈਂ ਪਰਫੈਕਟ ਹੈਗਾ। ਠੀਕ ਹੈ, ਪਰ ਜਿਹੜਾ ਇੰਗਲਿਸ਼ ਸਬਜੈਕਟ ਹੈਗਾ ਪਰਫੈਕਟ, ਦੇਖੋ ਇੰਗਲਿਸ਼ ਦਾ ਟੀਚਰ ਉਹੀ ਬਣਦਾ ਜਿਹਦੀ ਇੰਗਲਿਸ਼ ਦੀ MA ਕਰੀ ਹੋਵੇ ਜਾਂ PhD ਕਰੀ ਹੋਵੇ। ਪਰ ਇੰਗਲਿਸ਼ ਦੇ ਵਿੱਚ ਮੈਂ ਇੰਨਾ ਕਹਿ ਸਕਦਾ ਮੈਂ 100% ਪਰਫੈਕਟ ਨਹੀਂ ਹੈਗਾ, 70-80% ਪਰਫੈਕਟ ਹੈਗਾ ਗਾ। ਠੀਕ ਹੈ, ਤਾਂ ਕਰਕੇ ਬੱਚੋ ਇਹ ਚੀਜ਼ ਦਾ ਮਤਲਬ ਇਹੀ ਹੁੰਦਾ, ਹਰੇਕ ਵਿਸ਼ੇ ਨੂੰ ਚੰਗੀ ਤਰ੍ਹਾਂ ਪੜ੍ਹੋਗੇ ਤਾਂ ਦਿਮਾਗ 'ਚ ਬਹਿ ਜਾਂਦਾ ਹੁੰਦਾ ਹੈ। ਮਤਲਬ ਕੋਈ ਵੀ ਬੱਚਾ, ਉਹ ਹਮੇਸ਼ਾ ਸਫਲ ਨਹੀਂ ਹੁੰਦੇ, ਕੋਈ ਵੀ ਬੱਚਾ ਅਜਿਹਾ ਨਹੀਂ ਹੁੰਦਾ ਜਿਹੜਾ ਹਮੇਸ਼ਾ ਹੀ ਸਫਲ ਹੋਊਗਾ, ਚਾਹੇ ਉਹ ਹੁਸ਼ਿਆਰ ਹੈ ਚਾਹੇ ਨਲਾਇਕ ਹੈ। ਠੀਕ ਹੈ, ਕਦੇ ਕਦੇ ਅਜਿਹੀਆਂ ਪਰਿਸਥਿਤੀਆਂ ਆ ਜਾਂਦੀਆਂ ਜਿਹਦੇ ਵਿੱਚ ਉਹਨੂੰ ਹਾਰ ਦਾ ਸਾਹਮਣਾ ਵੀ ਕਰਨਾ ਪੈਂਦਾ। ਠੀਕ ਹੈ, ਹਾਰ ਤੋਂ ਹੀ ਬੰਦਾ ਬਹੁਤ ਕੁਝ ਸਿੱਖਦਾ ਹੈਗਾ। ਸਿਖਿਆਰਥੀਆਂ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਣਾ ਚਾਹੀਦਾ। ਕਿਉਂ ਨਹੀਂ? ਸਿਖਿਆਰਥੀ ਕਿਹੜੇ ਹੁੰਦੇ ਜਿਹੜੇ ਸਿੱਖਦੇ ਆ, ਵਿਦਿਆਰਥੀਆਂ ਦਾ ਹੀ ਦੂਸਰਾ ਨਾਮ ਸਿਖਿਆਰਥੀ ਆ। ਕਲਾਸ ਦੇ ਅੰਦਰ ਦੇ ਬਾਹਰ ਦੋਨਾਂ ਤੋਂ ਵੱਧ ਸਵਾਲ ਪੁੱਛੋ। ਦੇਖੋ, ਸਿਖਿਆਰਥੀ ਉਤਸ਼ਾਹਿਤ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਉਹਨਾਂ ਤੋਂ ਵੱਧ ਸਵਾਲ ਪੁੱਛੋ। ਗਰੁੱਪ ਵਰਕ ਵਿੱਚ ਦੂਜੇ ਵਿਦਿਆਰਥੀਆਂ ਸਰਗਰਮੀ ਨਾਲ ਗੱਲਬਾਤ ਕਰਵਾਓ। ਜਿੰਨਾ ਸੰਭਵ ਹੋ ਸਕੇ ਸਾਹਿਤ ਸਹਿ ਪਾਠਕ੍ਰਮ ਗਤੀਵਿਧੀਆਂ ਦੇ ਵਿੱਚ ਚਲੋ, ਉਹਨਾਂ ਸਾਰੇ ਪ੍ਰਸ਼ਨ ਦੇ ਉੱਤਰ ਯਾਦ ਰੱਖੋ ਜੋ ਅਧਿਆਪਕ ਪੁੱਛ ਸਕਦੇ ਹਨ। ਇਹਦਾ ਇੱਕ ਰੱਟੇ ਵਾਲਾ ਕੰਮ ਹੋ ਜਾਊਗਾ ਪੁੱਤਰੋ।
ਇਹਦਾ ਰੱਟੇ ਵਾਲਾ ਕੰਮ ਹੋ ਜਾਊਗਾ। ਤਾਂ ਕਰਕੇ ਡੀ ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈ। ਇੱਕ ਵਿਅਕਤੀ ਦਾ ਮੰਨਣਾ ਹੈ ਕਿ ਪਾਲਣ ਪੋਸ਼ਣ ਉਸਦੇ ਬੱਚੇ ਦੇ ਵਿਕਾਸ ਨੂੰ ਬਹੁਤ ਪ੍ਰਭਾਵ ਕਰਦਾ ਹੈ। ਉਹ ਇਸ ਦੇ ਮਹੱਤਵ ਨਾਲ ਸਹਿਮਤ ਨਹੀਂ ਹੋਵੇਗਾ। ਇਹਨਾਂ 'ਚੋਂ ਕਿਹੜਾ ਤੱਤ ਆ ਕਹਿੰਦਾ ਜਿਹੜੇ ਇਹਦੇ ਸਹਿਮਤ ਨਾਲ ਨਹੀਂ, ਇਹਨਾਂ ਸਹਿਮਤ ਨਹੀਂ ਹੋਊਗਾ। ਕਹਿੰਦੇ ਸਾਥੀਆਂ ਨਾਲ ਐਕਸਪੋਜਰ, ਸਾਥੀਆਂ ਨਾਲ ਜੇ ਬੱਚਾ ਰਹੂਗਾ ਉਹਦਾ ਬਹੁਤ ਇਫੈਕਟ ਪਊਗਾ ਉਹਦੇ 'ਤੇ। ਠੀਕ ਹੈ, ਪਾਲਣ ਪੋਸ਼ਣ ਦੀ ਗੱਲ ਕਰ ਰਹੇ ਨੇ। ਖਿਡੌਣੇ ਦੇ ਕਿਸਮਾਂ ਵੀ ਬਹੁਤ ਫਰਕ ਪਊਗਾ। ਜੇ ਆਪਾਂ ਪਿਸਤੌਲ ਦੇਤਾ ਜਵਾਕ ਨੂੰ ਤਾਂ ਪਿਸਤੌਲ ਨਾਲ ਖੇਡੂਗਾ। ਜੇ ਜਵਾਕ ਨੂੰ ਆਪਾਂ ਕੋਈ ਮਤਲਬ ਗ੍ਰਹਿ ਲਿਆ ਕੇ ਦੇਤੇ, ਨਿੱਕੇ ਨਿੱਕੇ ਪਲੈਨਟ ਲਿਆ ਕੇ ਦੇਤੇ, ਉਹ ਵਿਗਿਆਨੀ ਦੀ ਸੋਚ ਵਾਲਾ ਬਣ ਜਾਊਗਾ। ਠੀਕ ਹੈ, ਜੇ ਆਪਾਂ ਨੂੰ ਟਰੈਕਟਰ ਲਿਆ ਕੇ ਦੇਤਾ ਉਹ ਖੇਤੀ ਦੀ ਸੋਚ ਵਾਲਾ ਬਣ ਜਾਊਗਾ ਬੱਚਾ। ਠੀਕ ਹੈ, ਇਹ ਪਾਲਣ ਪੋਸ਼ਣ ਦੇ ਵਿੱਚ ਖਿਡੌਣਿਆਂ ਦਾ ਵੀ ਬਹੁਤ ਅਹਿਮ ਰੋਲ ਹੁੰਦਾ ਹੈਗਾ। ਮਾਪਿਆਂ ਦੁਆਰਾ ਪ੍ਰਦਰਸ਼ਿਤ ਕੀਤਾ ਹੋਇਆ ਨਿੱਘ, ਇਹ ਚੀਜ਼ ਵੀ ਸਹੀ ਹੈ। ਜੈਨੇਟਿਕ ਕਾਰਕ, ਜੈਨੇਟਿਕ ਕਾਰਕ ਕੀ ਹੁੰਦਾ? ਜੈਨੇਟਿਕ ਕਾਰਕ ਦਾ ਮਤਲਬ ਹੁੰਦਾ ਜੀਨ। ਜੀਨ ਦੇ ਵਿੱਚ ਇਹ ਸਾਇੰਸ ਰਿਲੇਟਡ ਚੀਜ਼ ਆ ਗਈ, ਸਾਇੰਸ ਦੀ ਥਿਊਰੀ ਆ ਗਈ, ਜਿਵੇਂ DNA ਹੋ ਗਿਆ ਪਲੱਸ RNA ਹੋ ਗਿਆ। ਇਹਦੇ ਨਾਲ ਤਾਂ ਕੋਈ ਸੰਬੰਧ ਹੀ ਨਹੀਂ ਹੁੰਦਾ। ਇਹਦਾ ਬੱਚੇ ਦਾ ਇੱਕ ਫਿਜ਼ੀਕਲ ਸਟਰਕਚਰ ਦੇ ਵਿੱਚ ਵਰਤੀ ਜਾਣ ਵਾਲੀ ਚੀਜ਼ ਹੈ ਕਿ ਬੱਚੇ ਦੇ ਗੁਣ ਮਾਂ ਬਾਪ ਦੇ ਵਿੱਚ ਐਂਟਰ ਕਰਦੇ, ਮਾਂ ਬਾਪ ਵਾਲੇ ਗੁਣ ਬੱਚਿਆਂ ਦੇ ਵਿੱਚ ਐਂਟਰ ਹੁੰਦੇ ਆ। ਠੀਕ ਹੈ, ਸਾਂਝੀਆਂ ਚੀਜ਼ਾਂ ਹੁੰਦੀਆਂ ਦੋਨੇ ਚੀਜ਼ਾਂ। ਠੀਕ ਹੈ, ਤਾਂ ਜੈਨੇਟਿਕ ਕਾਰਕ ਜਿਹੜਾ ਪਾਲਣ ਪੋਸ਼ਣ ਨਾਲ ਕੋਈ ਸੰਬੰਧ ਨਹੀਂ ਹੈਗਾ। ਇਹਦਾ ਸਿਰਫ ਇੱਕ ਬੱਚੇ ਦੀ ਫਿਜ਼ੀਕਲ ਸਟਰਕਚਰ ਬਣਾਉਣ ਦੇ ਕੰਮ ਆਉਂਦਾ ਗਾ। ਇਸ ਤੋਂ ਬਾਅਦ ਅਗਲਾ, ਤੁਹਾਡੀ ਕਲਾਸ ਦਾ ਇੱਕ ਵਿਦਿਆਰਥੀ ਲਗਾਤਾਰ ਇੱਕ ਵਿਸ਼ੇ ਵਿੱਚ ਮਾੜਾ ਪ੍ਰਦਰਸ਼ਨ ਕਰ ਰਿਹਾ, ਤੁਹਾਨੂੰ ਕੀ ਕਰਨਾ ਚਾਹੀਦਾ? ਕੋਈ ਬੱਚਾ ਹੈ, ਉਹਨੂੰ ਮੈਥ ਸਮਝਾਤਾ, ਉਹ ਮੈਥ ਦੇ ਵਿੱਚੋਂ ਫਿਰ ਮਾੜਾ ਪ੍ਰਦਰਸ਼ਨ ਕਰ ਰਿਹਾ, ਫਿਰ ਸਮਝਾਤਾ ਫਿਰ ਮਾੜਾ ਪ੍ਰਦਰਸ਼ਨ ਕਰ ਰਿਹਾ, ਉਹਨੂੰ ਕਿਵੇਂ ਸਮਝਾਵਾਂਗੇ ਆਪਾਂ? ਵਿਦਿਆਰਥੀ ਨੂੰ ਸਖਤ ਮਿਹਨਤ ਕਰਨ ਲਈ ਕਹੋਗੇ। ਸਖਤ ਮਿਹਨਤ ਤੋਂ ਕੋਈ ਸੰਬੰਧ ਨਹੀਂ। ਜਦੋਂ ਬੱਚੇ ਨੂੰ ਸਮਝ ਹੀ ਨਹੀਂ ਆ ਰਿਹਾ ਤਾਂ ਆਪਾਂ ਨੂੰ ਸਖਤ ਮਿਹਨਤ ਕਰਨ ਵਾਸਤੇ ਵੀ ਕੀ ਕਹਾਂਗੇ? ਇਹ ਪਤਾ ਲਗਾਉਣ ਕਿ ਕੀ ਮੁਸ਼ਕਿਲ ਹੈ ਅਤੇ ਇੱਥੇ ਨਿਦਾਨ ਜਾਂਚ ਪ੍ਰਬੰਧ ਕਰੋ। ਠੀਕ ਹੈ ਜੀ, ਉਹਨੂੰ ਆਪਾਂ ਪਤਾ ਲਵਾਵਾਂਗੇ ਬੱਚੇ ਨੂੰ ਮੁਸ਼ਕਿਲ ਕਿਹੜੇ ਸਬਜੈਕਟ ਜਾ ਰਹੀ ਹੈ। ਸਮਝ ਲਓ ਕਿ ਉਹਨੂੰ ਮੈਂ ਪ੍ਰੋਫਿਟ ਲੋਸ ਕਰਵਾਤਾ, ਉਹਨੂੰ ਪ੍ਰੋਫਿਟ ਲੋਸ ਦੇ ਵਿੱਚ ਪ੍ਰੋਬਲਮ ਆ ਰਹੀ, ਮੈਂ ਜਾਂਚ ਕਰੂੰਗਾ ਕਿ ਇਹਦੇ ਵਿੱਚ ਕਿਹੜੀ ਚੀਜ਼ ਦੇ ਵਿੱਚ ਉਹਨੂੰ ਪ੍ਰੋਬਲਮ ਆ ਰਹੀ ਹੈ। ਠੀਕ ਹੈ, ਤਾਂ ਇਹ ਚੀਜ਼ਾਂ ਹੁੰਦੀਆਂ ਗਈਆਂ ਇੱਕ ਅਧਿਆਪਕ ਦੀਆਂ, ਇੱਕ ਟੀਚਰ ਦੀਆਂ। ਕਿਉਂਕਿ ਦੇਖੋ ਜਿਹੜੇ ਫਿਜ਼ੀਓਲੋਜੀ ਸਬਜੈਕਟ ਆ ਨੇ, ਟੀਚਰ ਦਾ ਵੀ ਆ ਜਾਂਦਾ ਵਿੱਚ। ਤਾਂ ਕਰਕੇ ਤੁਸੀਂ ਦੇਖੋ ਆਪਾਂ ਕੋਈ ਵੀ ਚੀਜ਼ ਨਹੀਂ ਮਿਸ ਕਰਨੀ। ਕਿਉਂ ਨਹੀਂ ਮਿਸ ਕਰਨੀ? ਦੇਖੋ ਬੱਚੇ ਨਾ, ਮੈਂ ਜਦੋਂ ਪੰਜਾਬ ਪੁਲਿਸ ਦੀ ਤਿਆਰੀ ਕਰਵਾਈ ਜਾਂਦੇ, ਬੱਚੇ ਅੱਧੇ ਮੈਨੂੰ ਕਹਿੰਦੇ ਸਾਰੇ ਜਿਹੜਾ ਪੰਜਾਬ ਜੀ ਕੀ ਪੁੱਛਣੀ, ਸਟੈਟਿਕ ਜੀ ਦੇ 'ਚ ਪੁੱਛਣੀ ਨਹੀਂ। ਮੈਂ ਚਲੋ ਕੋਈ ਗੱਲ ਨਹੀਂ, ਫਿਰ ਵੀ ਮੈਨੂੰ ਧੱਕੇ ਨਾਲ ਮਿਲਟਰੀ ਐਕਸਰਸਾਈਜ਼ਾਂ ਜਾਂ ਹੋਰ ਕਈ ਚੀਜ਼ਾਂ ਕਰਵਾ ਦਿੰਦੇ ਤਾਂ ਉਹ ਪੇਪਰ ਦੇ ਵਿੱਚ ਆ ਵੀ ਗਈਆਂ। ਠੀਕ ਹੈ, ਤਾਂ ਕਰਕੇ ਹੁੰਦਾ ਕਿ ਆਪਾਂ ਸਾਰੇ ਪਾਸੇ ਪਰਫੈਕਟ ਹੋ ਕੇ ਜਾਣਾ ਹੁੰਦਾ। ਪੇਪਰ ਜਿਹੜਾ ਦੇਣਾ ਹੁੰਦਾ ਇਹਦਾ ਮੌਕਾ ਵਾਰ-ਵਾਰ ਨਹੀਂ ਮਿਲਦਾ ਹੁੰਦਾ ਆਪਾਂ ਨੂੰ। ਠੀਕ ਹੈ, ਹੁਣ ਕੀ ਹੈ, ਹੁਣ ਆਪਾਂ 2 ਘੰਟੇ ਮਿਹਨਤ ਵੱਧ ਕਰ ਲਾਂਗੇ, 3 ਘੰਟੇ ਮਿਹਨਤ ਕਰ ਲਾਂਗੇ, ਪਰ ਜੇ ਆਪਾਂ ਪੇਪਰ ਵਿੱਚ ਜਾ ਕੇ ਬਹਿ ਗਏ, ਉੱਥੇ ਜਾ ਕੇ ਆਪਾਂ ਨੂੰ ਪੇਪਰ ਦੇ ਵਿੱਚ ਜਿਹੜਾ ਸਿਲੇਬਸ ਆਪਾਂ ਛੱਡ ਕੇ ਆਏ ਹਾਂ ਉਹ ਆ ਗਿਆ, ਫਿਰ ਆਪਾਂ ਉੱਥੇ ਕੀ ਐਕਸਕਿਊਜ਼ ਦੇਵਾਂਗੇ ਪੇਪਰ ਵਾਲਿਆਂ ਨੂੰ? ਕੀ ਕਹਾਂਗੇ ਉਹਨਾਂ ਨੂੰ ਕਿ ਭਾਈ ਸਾਨੂੰ ਇਹ ਤਾਂ ਅਸੀਂ ਕਰਿਆ ਨਹੀਂ ਸੀ। ਠੀਕ ਹੈ, ਤਾਂ ਕਰਕੇ 2-3 ਘੰਟੇ ਦੀ ਮਿਹਨਤ ਜੇ ਵੱਧ ਹੋ ਜੂ ਕੋਈ ਚੱਕਰ ਨਹੀਂ। ਲੈਕਚਰ ਤੁਹਾਨੂੰ ਦੇਖੋ ਪੈਡਾਗੋਗੀ ਤੁਹਾਨੂੰ ਇੰਨੇ ਵਧੀਆ ਤਰੀਕੇ ਨਾਲ ਕਲੀਅਰ ਕਰਵਾਊਂਗਾ ਨਾ, ਤੁਸੀਂ ਅੱਗੇ ਜਾ ਕੇ ਦੇਖੀ ਚਲੋ। MCQ ਤਾਂ ਅੱਜ ਆਪਣਾ ਆਹ ਪਾਰਟ ਲੱਗ ਰਿਹਾ, ਕੱਲ੍ਹ ਨੂੰ ਤੁਹਾਨੂੰ ਥਿਊਰੀ ਕਰਵਾਊਂਗਾ ਨਾਲ ਮੇਰੀ। ਠੀਕ ਹੈ, ਟੈਨਸ਼ਨ ਨਹੀਂ ਲੈਣੀ ਕਿਸੇ ਵੀ ਬੱਚੇ ਨੇ, ਮੈਂ ਥਿਊਰੀ ਵੀ ਕਰਵਾਊਂਗਾ ਸ਼ੁਰੂ ਨਾਲ। ਠੀਕ ਹੈ, ਪਰ ਤੁਸੀਂ ਪੜ੍ਹਨ ਵਾਲੇ ਬਣੋ। ਇੰਗਲਿਸ਼ ਦੇ ਵਿੱਚ ਆ ਗਿਆ, ਇਹ ਪਰਸਨ ਬਲੀਵ ਡੈਟ ਨੇਚਰ ਇਹ ਸਟਰੋਂਗਲੀ ਇਨਫਲੂਐਂਸ ਦਾ ਡਿਵੈਲਪਮੈਂਟ ਆਫ ਹਿਸ ਚਾਈਲਡ, ਹੀ ਵੁੱਡ ਨਾਟ ਐਗਰੀ ਵਿਦ ਦਾ ਇੰਪੋਰਟੈਂਸ। ਕਹਿੰਦੇ ਜਿਹੜਾ ਬੱਚਾ ਮਤਲਬ ਗਰੋਥ ਕਰ ਰਿਹਾ ਹੈਗਾ, ਇਹਨਾਂ 'ਚੋਂ ਕਿਹੜੀ ਚੀਜ਼ ਉਹਦੇ ਵਾਸਤੇ ਸਹੀ ਨਹੀਂ ਹੈਗੀ, ਮਤਲਬ ਕਿਹੜੀ ਚੀਜ਼ ਉਹਨੇ ਰਿਲੇਟ ਨਹੀਂ ਕਰਦੀ, ਤਾਂ ਉਹੀ ਇਹ ਜੈਨੇਟਿਕ ਫੈਕਟਰ ਰਿਲੇਟ ਨਹੀਂ ਕਰਦਾ ਉਹਦੇ ਪਾਲਣ ਪੋਸ਼ਣ ਦੇ ਨਾਲ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਅਗਲਾ ਪ੍ਰਸ਼ਨ, ਕਹਿੰਦੇ ਸਿੰਗਲ ਫੈਕਟਰ ਥਿਊਰੀ ਇੰਟੈਲੀਜੈਂਸ ਵਾਜ ਗਿਵਨ। ਜਿਹੜੀ ਇਹ ਸਿੰਗਲ ਫੈਕਟਰ ਥਿਊਰੀ ਸੀ, ਠੀਕ ਹੈ, ਇਹਦੇ ਜਿਹੜੇ ਕਿਹਨੇ ਦਿੱਤੀ ਸੀ? ਇਹ ਦਿੱਤੀ ਸੀ ਐਲਫਰੈਡ ਬਿਨੇਟ। ਐਲਫਰੈਡ ਬਿਨੇਟ ਥਿਊਰੀਆਂ ਦੇ ਵਿੱਚੋਂ ਘੱਟੋ ਘੱਟ ਇਹ ਸਮਝ ਲਓ ਕਿ 2 ਤੋਂ 3 ਪ੍ਰਸ਼ਨ ਤੁਹਾਨੂੰ ਥਿਊਰੀਆਂ ਦੇ ਮਿਲਣਗੇ ਪੇਪਰ ਦੇ ਵਿੱਚ। ਠੀਕ ਹੈ, ਇਸ ਤੋਂ ਬਾਅਦ ਆਲ ਆਫ ਦਾ ਫੋਲੋਇੰਗ ਕੈਨ ਵੀ ਸਾਈਨ ਡੈਟ ਏ ਚਾਈਲਡ ਗਿਫਟਡ ਐਕਸਪੈਕਟ। ਠੀਕ ਹੈ, ਇੱਕ ਵਾਰੀ ਪਹਿਲਾਂ ਤੁਹਾਨੂੰ ਪੰਜਾਬੀ ਦੱਸ ਦਿੰਦਾ ਕੀ ਮਤਲਬ ਹੈ ਇਹਦਾ। ਦੇਖੋ ਬੁੱਧੀ ਦਾ ਸਿੰਗਲ ਫੈਕਟਰ ਕਿਸੇ ਦੁਆਰਾ ਦਿੱਤੀ, ਕਿਸੇ ਐਲਫਰੈਡ ਦੁਆਰਾ। ਆ ਦੇਖੋ ਕੀ ਕਹਿਣਾ ਚਾਹੁੰਦਾ ਸੀ ਇਹਦੇ 'ਚ। ਇਹ ਹੇਠ ਲਿਖੀਆਂ ਦਿੱਤੀਆਂ ਸਾਰੀਆਂ ਨਿਸ਼ਾਨੀਆਂ ਹੋ ਸਕਦੀਆਂ ਹਨ ਕਿ ਬੱਚੇ ਨੂੰ ਤੋਹਫਾ ਦਿੱਤਾ ਗਿਆ ਹੈ ਸਿਵਾਏ ਸਮੇਂ ਦੀ ਭਾਵਨਾ ਦੀ ਸ਼ੁਰੂਆਤੀ ਵਿਕਾਸ, ਇਹਨਾਂ ਸਾਈਕਲੋਪੀਡੀਆ ਅਤੇ ਸ਼ਬਦਕੋਸ਼ਾਂ ਵਿੱਚ ਦਿਲਚਸਪੀ, ਤੱਥਾਂ ਨੂੰ ਸੌਖਾ ਕਰਨਾ ਕਿ ਸਾਥੀਆਂ ਨਾਲ ਅਸਹਿਜ ਸੰਬੰਧ। ਕਹਿੰਦੇ ਸਾਰੀਆਂ ਬੱਚੇ ਦੀਆਂ ਨਿਸ਼ਾਨੀਆਂ ਹੋ ਸਕਦੀਆਂ, ਬੱਚੇ ਨੂੰ ਤੋਹਫੇ ਦੇ ਵਜੋਂ ਹੋ ਸਕਦੇ, ਸਿਰਫ ਇਹਨੂੰ ਛੱਡ ਕੇ। ਠੀਕ ਹੈ, ਕਿਉਂਕਿ ਬੱਚੇ ਨੂੰ ਤੋਹਫੇ ਵਜੋਂ ਨਹੀਂ ਦੇ ਸਕਦੇ। ਸਾਥੀਆਂ ਨਾਲ ਅਸਹਿਜ ਸੰਬੰਧ ਉਹਦਾ ਉਹਦੀ ਸੋਚ ਦੇ ਮੁਤਾਬਕ ਹੀ ਬਣੂਗਾ। ਬੱਚੇ ਦੀ ਸੋਚ ਕਿਵੇਂ ਹੈ, ਉਹ ਬੱਚੇ ਦੀ ਉਹ ਸੋਚ ਦੇਖੋ ਹੁਣ ਆਪਾਂ ਨੂੰ ਡੇਲੀ ਕਲਾਸ ਦੇ ਵਿੱਚ ਹੁੰਦੇ ਆਪਾਂ ਜੋ ਕਲਾਸ ਦੇ ਵਿੱਚ ਪੜ੍ਹਦੇ ਹੁੰਦੇ ਸੀ, ਤਾਂ ਆਪਣੀ ਕਲਾਸ ਦੇ ਵਿੱਚ ਘੱਟੋ ਘੱਟ ਐਂ ਮੰਨ ਲਓ ਕਿ 20 ਬੱਚੇ ਤਾਂ ਹੁੰਦੇ ਸੀ, 20 ਬੱਚੇ ਤਾਂ ਆਪਣੀ ਕਲਾਸ ਦੇ ਵਿੱਚ ਹੁੰਦੇ ਸੀ, ਪਰ ਆਪਣੀ ਇਹਨਾਂ ਤੋਂ ਦੋਸਤੀ ਕਿਹਦੇ ਨਾਲ ਹੁੰਦੀ ਸੀ? ਸਿਰਫ 2 ਜਾਂ 3 ਬੱਚਿਆਂ ਨਾਲ, ਵੱਧ ਤੋਂ ਵੱਧ 4 ਬੱਚਿਆਂ ਨਾਲ ਦੋਸਤੀ ਹੁੰਦੀ ਸੀ। ਬਾਕੀ ਜਿਹੜੇ ਹੁੰਦੇ ਸੀ ਆਪਣੇ 15-16 ਬੱਚੇ, ਉਹਨਾਂ ਨਾਲ ਆਪਣੀ ਦੋਸਤੀ ਤਾਂ ਹੁੰਦੀ ਸੀ, ਪਰ ਆਪਣਾ ਉਹ ਰਿਲੇਸ਼ਨ ਨਹੀਂ ਹੁੰਦਾ ਸੀ ਜਿਹੜਾ 2-3 ਨਾਲ ਹੁੰਦਾ ਸੀ। ਠੀਕ ਹੈ, ਤਾਂ ਉਹਦਾ ਕਾਰਨ ਕੀ ਸੀ? ਉਹਦਾ ਸੰਬੰਧ ਸੀ ਕਿ ਆਪਣੀ ਉਹ ਬੱਚਿਆਂ ਨਾਲ ਸੋਚ ਮਿਲ ਰਹੀ ਸੀ 2-3 ਨਾਲ, ਉਹ ਆਪਣੀ ਤਰ੍ਹਾਂ ਸੋਚਣ ਵਾਲੇ ਬੱਚੇ ਸੀ।
ਠੀਕ ਹੈ। ਆਪਣੇ ਨਾਲ ਹਾਸੀ ਮਜ਼ਾਕ ਕਰਨ ਵਾਲੇ ਬੱਚੇ ਸੀ, ਆਪਣੇ ਨਾਲ ਮਜ਼ਾਕ ਆਪਣੇ ਤਾਂ ਨਹੀਂ ਪੜ੍ਹਨ ਵਾਲੇ ਬੱਚੇ ਸੀ, ਠੀਕ ਹੈ। ਜੋ ਇੱਕੋ ਸੋਚ ਵਾਲੇ ਬੱਚੇ ਮਿਲਦੇ ਆ ਨਾ, ਉਦੋਂ ਮਤਲਬ ਇਹ ਚੀਜ਼ ਦਾ ਪਤਾ ਲੱਗਦਾ ਹੁੰਦਾ, ਠੀਕ ਹੈ। ਤਾਂ ਬੱਚਿਆਂ ਨਾਲ ਆਸ-ਸਹਿਜ ਸੰਬੰਧ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈਗਾ ਆਪਣਾ, ਠੀਕ ਹੈ। ਇਹ ਬੱਚੇ ਨੂੰ ਤੋਹਫੇ ਦੀ ਵਜ੍ਹਾ ਨਹੀਂ ਦਿੱਤਾ ਜਾ ਸਕਦਾ। ਫਰੈਂਡ ਉਹ ਆਪਦੀ ਜ਼ਿੰਦਗੀ ਦੇ ਵਿੱਚ ਆਪਦੀ ਉਹਦੇ ਨਾਲ ਭਾਲੂਗਾ। ਸਧਾਰਨ 12 ਸਾਲ ਦੇ ਬੱਚੇ ਵਿੱਚ ਸਭ ਤੋਂ ਮਹੱਤਵਪੂਰਨ ਸੰਭਾਵਨਾ ਕੀ ਹੁੰਦੀ ਹੈ? ਠੀਕ ਹੈ, ਸਿੱਧੀ 4 ਨੰਬਰ ਆਪਸ਼ਨ 'ਤੇ ਆ ਜਾਓ। ਸਾਥੀਆਂ ਦੀ ਮਨਜ਼ੂਰੀ ਲਈ ਉਤਸੁਕ, ਠੀਕ ਹੈ। ਸਾਥੀਆਂ ਦੀ ਮਨਜ਼ੂਰੀ ਲਈ ਉਤਸੁਕ ਹੋਣਾ। ਤੁਸੀਂ ਇੱਕ ਵਿਦਿਆਰਥੀ ਨੂੰ ਬੁੱਧੀਮਾਨ ਸਮਝਦੇ ਹੋ ਤਾਂ ਤੁਸੀਂ ਕੀ ਕਰੋਗੇ? ਦੇਖੋ, ਕੋਈ ਬੱਚਾ ਬੁੱਧੀਮਾਨ ਹੋਊਗਾ, ਆਪਾਂ ਕੀ ਕਹਾਂਗੇ? ਉਸ ਨਾਲ ਖੁਸ਼ ਰਹੋ। ਇਹ ਤਾਂ ਕੋਈ ਗੱਲ ਹੀ ਨਹੀਂ ਬਣੀ। ਖੁਸ਼ ਰਹਿਣ ਦਾ ਕੀ ਮਤਲਬ ਹੈ? ਹੁਣ ਤਾਂ ਦੰਦ ਕੱਢੀ ਜਾਵਾਂਗੇ ਆਪਾਂ ਬੱਚੇ ਨਾਲ। ਉਸਨੂੰ ਵਾਧੂ ਹੋਮਵਰਕ ਨਾ ਦਿਓ, ਇਹਦਾ ਮਤਲਬ ਕੀ ਹੈ? ਹੋਮਵਰਕ ਦੇ ਜਿਹੜੇ ਬਾਕੀ ਬੱਚਿਆਂ ਨੂੰ ਮਿਲ ਰਿਹਾ ਹੈਗਾ, ਉਹਦੇ ਨਾਲ ਹੀ ਉਹਨਾਂ ਨੂੰ ਮਿਲੂਗਾ, ਠੀਕ ਹੈ। ਐਲੀਮੀਨੇਟ ਕਰਨੀ ਸਿੱਖ ਲਓ ਚੀਜ਼। ਉਸਨੂੰ ਪ੍ਰੇਰਿਤ ਕਰੋ ਕਿ ਉਹ ਹੋਰ ਤਰੱਕੀ ਕਰੇ। ਵੈਰੀ ਵੈਰੀ ਇੰਪੋਰਟੈਂਟ ਚੀਜ਼। ਉਸਨੂੰ ਕਹੋ ਕਿ ਭਾਈ ਜੇ ਤੂੰ ਅੱਜ ਹੁਸ਼ਿਆਰ ਹੈਗਾ, ਤੂੰ ਕੱਲ੍ਹ ਨੂੰ ਵਧੀਆ ਸਬਜੈਕਟ ਲੈ ਕੇ ਵਧੀਆ ਕਲਾਸ ਦੇ ਵਿੱਚ ਐਂਟਰੀ ਕਰੀ, ਵਧੀਆ IPS ਦੀ ਤਿਆਰੀ ਕਰੀ, IAS ਦੀ ਤਿਆਰੀ ਕਰੀ, ਠੀਕ ਹੈ। ਤਰੱਕੀ ਵਾਸਤੇ ਉਹਨੂੰ ਉਤਸ਼ਾਹਿਤ ਕਰਾਂਗੇ ਆਪਾਂ, ਠੀਕ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਨੌਜਵਾਨ ਸਿਖਿਆਰਥੀਆਂ ਵਿੱਚ ਪੜ੍ਹਨ ਵਿੱਚ ਮੁਸ਼ਕਲ ਦਾ ਸੰਕੇਤ ਨਹੀਂ ਹੈ? ਕਿ ਕੋਈ ਬੱਚਾ ਪੜ੍ਹ ਰਿਹਾ ਹੈਗਾ, ਉਹਦੇ ਵਿੱਚ ਇਹਨਾਂ ਦੇ ਵਿੱਚ ਕਿਹੜੀ ਮੁਸ਼ਕਲ ਦਾ ਸੰਕੇਤ ਨਹੀਂ ਹੈਗਾ? ਅੱਖਰਾਂ ਦੇ ਸ਼ਬਦਾਂ ਦੀ ਪਛਾਣ, ਠੀਕ ਹੈ। ਪੜ੍ਹਨ ਦੀ ਗਤੀ ਅਤੇ ਰਵਾਨਗੀ, ਸ਼ਬਦਾਂ ਦੇ ਵਿਚਾਰਾਂ ਨੂੰ ਸਮਝਣਾ। ਸਭ ਤੋਂ ਸੌਖਾ ਕੰਮ ਹੈ ਸ਼ਬਦਾਂ ਦੇ ਵਿਚਾਰਾਂ ਨੂੰ ਸਮਝਣਾ। ਉਹ ਕਿਵੇਂ ਹੈ? ਦੇਖੋ, ਪਛਾਣ ਕਰਨੀ ਚੀਜ਼ ਦੀ ਥੋੜ੍ਹਾ ਜਿਹਾ ਕੰਮ ਮੁਸ਼ਕਲ ਹੈ, ਠੀਕ ਹੈ। ਪੜ੍ਹਨ ਦੀ ਗਤੀ ਅਤੇ ਰਵਾਨਗੀ, ਇਹ ਵੀ ਹਰੇਕ ਬੱਚੇ ਦੀ ਕਿਸੇ ਦੀ ਗਤੀ ਘੱਟ ਹੁੰਦੀ ਹੈ, ਕਿਸੇ ਦੀ ਵੱਧ ਹੁੰਦੀ ਹੈ। ਸਪੈਲਿੰਗ ਦੀ ਇਕਸਾਰਤਾ, ਕਿਸੇ ਵਿੱਚ ਸਪੈਲਿੰਗ ਮਿਸਟੇਕ ਵੀ ਹੋ ਸਕਦੀ ਹੈ, ਠੀਕ ਹੈ। ਸਾਰੀਆਂ ਚੀਜ਼ਾਂ ਹੁੰਦੀਆਂ, ਪਰ ਸ਼ਬਦ ਦੇ ਵਿਚਾਰਾਂ ਨੂੰ ਸਮਝਣਾ ਸਭ ਤੋਂ ਸੌਖਾ ਕੰਮ ਹੈਗਾ, ਠੀਕ ਹੈ। ਤੁਸੀਂ ਇੱਕ ਵਿਦਿਆਰਥੀ ਨੂੰ ਬੁੱਧੀਮਾਨ ਸਮਝਦੇ ਹੋ, ਪ੍ਰਸ਼ਨ ਦੁਬਾਰਾ ਰਿਪੀਟ ਹੋ ਗਿਆ। ਦਾ ਟਰਮ ਆਇਡੈਂਟੀਕਲ ਐਲੀਮੈਂਟ, ਇਹ ਕਿਹਦੇ ਕਲੋਜ਼ ਹੈ ਇਹਨਾਂ ਦੇ ਵਿੱਚੋਂ? ਇਹ ਹੈਗੀ ਹੈ ਟਰਾਂਸਫਰ ਆਫ ਲਰਨਿੰਗ ਡਿਗਨਿਟੀ ਹੈ। ਇਹ ਪੰਜਾਬੀ ਦੇ ਵਿੱਚ ਕਰਵਾ ਦਿੰਦਾ। ਕਹਿੰਦੇ ਪ੍ਰਾਇਮਰੀ ਐਜੂਕੇਸ਼ਨ ਹੁੰਦੀ ਹੈ। ਪ੍ਰਾਇਮਰੀ ਐਜੂਕੇਸ਼ਨ ਆਪਣੀ ਕਾਹਦੇ ਵਿੱਚ ਹੈਲਪ ਕਰਦੀ ਹੈ? ਪ੍ਰਾਇਮਰੀ ਐਜੂਕੇਸ਼ਨ ਸੋਸ਼ਲਾਈਜੇਸ਼ਨ ਆਫ ਚਾਈਲਡ, ਬੱਚਿਆਂ ਦੇ ਮਤਲਬ ਸਮਾਜਿਕ ਤੌਰ 'ਤੇ। ਡੈਮੋਕ੍ਰੇਸੀ ਦੇ ਵਿੱਚ ਮਤਲਬ ਆਪਣੇ ਜਿਹੜੇ ਭਾਈਚਾਰੇ ਵਿੱਚ ਨੇ ਤਾਂ ਉਹਦੇ ਵਿੱਚ ਹੈਲਪ ਕਰਦੀ ਹੈ। ਇਨ ਕੋਰਸ ਆਫ ਅੰਡਰਸਟੈਂਡ, ਜਵਾਬ ਆਪਣੇ ਬੱਚੇ ਨੂੰ ਅੰਡਰਸਟੈਂਡ ਕਰਦੀ ਹੈ, ਮਤਲਬ ਉਹਨੂੰ ਇੱਕ ਸਮਝ ਲਓ ਕਿ ਉਹਨੂੰ ਇੱਕ ਆਤਮ ਵਿਸ਼ਵਾਸ ਭਰਦੀ ਹੈ। ਤਾਂ ਆਲ ਆਫ ਬਾਬੇ ਦਾ ਆਨਸਰ ਆ ਜਾਊਗਾ ਪ੍ਰਾਇਮਰੀ ਐਜੂਕੇਸ਼ਨ। ਸਾਰੀਆਂ ਚੀਜ਼ਾਂ ਦੇ ਵਿੱਚ ਬੱਚੇ ਦੀ ਹੈਲਪ ਕਰਦੀ ਹੈ। ਹੁਣ ਆਪਾਂ ਦੇਖਦੇ ਹਾਂ ਕਿ ਪ੍ਰਸ਼ਨ ਇੰਗਲਿਸ਼ ਦੇ ਵਿੱਚ, ਪੰਜਾਬੀ ਦੇ ਵਿੱਚ ਇਹ ਬੱਚੇ ਥੋੜ੍ਹੀ ਜਿਹੀ ਮਿਸਟੇਕ ਹੈਗੀ, ਠੀਕ ਹੈ। ਤਾਂ ਉਹੀ ਦੇਖ ਲਓ ਪਹਿਲਾਂ ਵਾਲਾ ਕਿਹੜਾ ਸ਼ਬਦ ਕਲੋਜ਼ਲੀ ਹੈਗਾ, ਕਿਹੜਾ ਕਰਵਾ ਕੇ ਗਿਆ ਸੀ ਮੈਂ? ਆਇਡੈਂਟੀਫਾਈ ਐਲੀਮੈਂਟ, ਠੀਕ ਹੈ। ਪ੍ਰਾਇਮਰੀ ਆ ਤੁਹਾਨੂੰ ਦੱਸ ਗਿਆ, ਪ੍ਰਾਇਮਰੀ ਸਿੱਖਿਆ ਕਾਹਦੇ 'ਚ ਮਦਦ ਕਰਦੀ ਹੈ? very very important. Child growth as proceeding through an organization sequence to stage divided roughly by age in view. ਕਹਿੰਦੇ ਬੱਚਾ ਜਿਹੜਾ ਗਰੋਥ ਕਰ ਰਿਹਾ ਦਿਨੋਂ ਦਿਨ, ਬੱਚਾ ਗਰੋਥ ਕਰ ਰਿਹਾ, ਠੀਕ ਹੈ। ਉਹਦੇ ਮਤਲਬ ਅਲੱਗ-ਅਲੱਗ ਸੀਕੁਐਂਸ ਸਟੇਜਾਂ ਦੇ ਵਿੱਚ ਉਹਦੀ ਏਜ ਨੂੰ ਵੰਡਿਆ ਗਿਆ ਹੈਗਾ। ਉਹਦੀ ਸਟੇਜ ਨੂੰ ਵੰਡਿਆ ਗਿਆ ਅਲੱਗ-ਅਲੱਗ ਦੇ ਵਿੱਚ। ਮਤਲਬ ਉਹਨੂੰ ਦੇਖੋ, ਜਿਵੇਂ ਕਹਿੰਦੇ ਹੁੰਦੇ ਕਿ 0 ਤੋਂ 6 ਤੱਕ ਬੱਚਾ ਨਾ ਸਮਝ ਹੁੰਦਾ ਥੋੜ੍ਹਾ ਜਿਹਾ, 6 ਤੋਂ 12 ਤੱਕ ਉਹ ਬਚਪਨ ਦੇ ਵਿੱਚ ਆ ਜਾਂਦਾ। ਇਸ ਤੋਂ ਬਾਅਦ ਉਹ 14 ਤੋਂ ਲੈ ਕੇ 18 ਤੱਕ ਮਤਲਬ ਦੂਸਰੀ ਉਮਰ 'ਚ ਜਾਣ ਲੱਗ ਜਾਂਦਾ। ਇਹ ਅਲੱਗ-ਅਲੱਗ ਪੜਾਅ ਹੈਗੇ, ਠੀਕ ਹੈ। ਇਹਨਾਂ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ। ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ 'ਤੇ ਦੱਸਿਆ। ਤਾਂ ਉਹ ਪੜਾਅ ਕਿਹਨੇ ਵੰਡੇ ਸੀ ਬਾਈ? ਇਹ ਪੜਾਵਾਂ ਦੀ ਗੱਲ ਕਿਹਨੇ ਕੀਤੀ ਸੀ? ਗੱਲ ਕਰੀ ਸੀ ਪਿਗੇਟ, ਠੀਕ ਹੈ। ਇਸ ਤੋਂ ਬਾਅਦ ਅੱਗੇ ਉਹੀ ਪ੍ਰਸ਼ਨ ਦੁਬਾਰੇ ਆ ਗਿਆ। ਚਾਈਲਡ ਦੀ ਜਿਹੜੀ ਉਮਰ ਉਹਨੂੰ ਮੱਦੇਨਜ਼ਰ ਉਮਰ ਦੇ ਹਿਸਾਬ ਨਾਲ ਤਕਸੀਮ ਕੀਤੇ ਗਏ ਪੜਾਵਾਂ ਦਾ ਇੱਕ ਸੰਗਠਿਤ ਕ੍ਰਮ ਦੁਬਾਰਾ ਅੱਗੇ ਵਧਣ ਦੇ ਨਾਲ ਬਾਲ ਵਿਕਾਸ ਦਾ ਕਿਹਨੇ ਕਹੀ ਸੀ ਗੱਲ? ਇਹ ਕਹੀ ਸੀ ਪਿਗੇਟ ਨੇ। ਵਿਕਾਸ ਜੋ ਕਿ ਕੇਂਦਰ ਦੇ ਤੋਂ ਘੇਰੇ ਤੱਕ ਜਾਂਦਾ ਹੈ, ਵਿਕਾਸ ਜਿਹੜਾ ਕੇਂਦਰ ਦੇ ਤੋਂ ਘੇਰੇ ਤੱਕ ਜਾਂਦਾ ਹੈ, ਉਸਨੂੰ ਕੀ ਕਿਹਾ ਜਾਂਦਾ ਹੈਗਾ? ਉਸਨੂੰ ਕਿਹਾ ਜਾਂਦਾ ਬਾਈ ਪ੍ਰੋਕਸੀਮੋ ਡਿਸਟਲ, ਠੀਕ ਹੈ। ਪ੍ਰੋਕਸੀਮੋ ਡਿਸਟਲ ਆਪਰੇਸ਼ਨ ਦੁਬਾਰੇ ਆ ਗਿਆ। ਇਸ ਤੋਂ ਬਾਅਦ ਬਾਲ ਵਿਕਾਸ ਦੇ ਹੇਠ ਲਿਖੇ ਸਾਰੇ ਉન્નਤ ਸ਼ਬਦ ਜੋ ਉਤਸ਼ਾਹ ਪ੍ਰਕਿਰਿਆ ਸਿੱਖਣ ਦੇ ਸਿਧਾਂਤ ਨਾਲ ਨੇੜੇ ਜੁੜੇ ਹੋਏ ਹਨ, ਸਿਵਾਏ ਕਿਹਦੇ? ਪਵਿਲੋਵ, JB ਵੈਸਟਨ, ਹੱਲ ਕਿ ਗੁਸੇਲ। ਤਾਂ ਬਾਲ ਵਿਕਾਸ ਦੇ ਵਿੱਚ ਸਾਰੇ ਉન્નਤ ਸ਼ਬਦ ਜੋ ਉਤਸ਼ਾਹ ਪ੍ਰਕਿਰਿਆ ਸਿੱਖਣ ਦੇ ਸਿਧਾਂਤ ਨਾਲ ਨੇੜੇ ਜੁੜੇ ਹੋਏ ਹਨ, ਇਹ ਤੋਂ ਬਿਨਾਂ, ਗਿਸੇਲ ਤੋਂ ਬਿਨਾਂ, ਠੀਕ ਹੈ। ਇਹ ਲੈਂਗੁਏਜ ਹੋਰ ਹੀ ਹੁੰਦੀ ਹੈ ਬਾਈ ਇਹਨਾਂ ਦੀ, ਠੀਕ ਹੈ। ਇਸ ਤੋਂ ਬਾਅਦ ਵਾਤਾਵਰਨ ਸਿਧਾਂਤ ਇੱਕ ਵੱਡੀ ਤਾਕਤ ਇਸ ਦੀ ਵਿਆਖਿਆ ਕਰਨ ਦਾ ਫਰੇਮ ਢਾਂਚਾ ਹੈ। ਵਾਤਾਵਰਨ
ਸਿਧਾਂਤ ਇੱਕ ਵੱਡੀ ਤਾਕਤ ਕਾਹਦੀ ਵਿਆਖਿਆ ਕਰਦਾ? ਵਿਕਾਸ ਅਤੇ ਪ੍ਰਭਾਵਸ਼ਾਲੀ ਕਿਰਿਆਵਾਂ ਦੀ। ਠੀਕ ਹੈ, ਕੱਲ੍ਹ ਨੂੰ ਤੁਹਾਨੂੰ ਮੈਂ ਸਪੈਸ਼ਲ ਕਰਵਾਊਂਗਾ ਲੈਸਨ ਇਹਦੇ ਆਂਗਣਵਾੜੀ ਨਾਲ ਸੰਬੰਧਿਤ। ਠੀਕ ਹੈ, ਇਹ ਵੀ ਕਰੀ ਚੱਲਿਓ ਅਤੇ ਉਹ ਵੀ ਕੱਲ੍ਹ ਨੂੰ ਕਰਾਊਂਗਾ। ਬਹੁਤ ਵਧੀਆ ਲੈਕਚਰ ਲੱਗੂ ਕੱਲ੍ਹ ਨੂੰ, ਸਾਰੇ ਬੱਚਿਆਂ ਨੇ ਕਰਵਾਉਣਾ। ਉਹ ਮੇਰੇ ਆਪਦੇ ਨੋਟਸ ਤਿਆਰ ਕੀਤੇ ਉਹਨਾਂ 'ਚੋਂ ਕਰਵਾਊਂਗਾ ਮੈਂ। ਠੀਕ ਹੈ, ਇੱਕ ਵਿਅਕਤੀ ਦਾ ਮੰਨਣਾ ਹੈ ਕਿ ਪਾਲਣ ਪੋਸ਼ਣ ਉਸਦੇ ਬੱਚੇ ਦੇ ਵਿਕਾਸ ਉੱਤੇ ਬਹੁਤ ਪ੍ਰਭਾਵ ਪਾਉਂਦਾ ਹੈ। ਇੱਕ ਵਿਅਕਤੀ ਦਾ ਮੰਨਣਾ ਹੈ ਕਿ ਪਾਲਣ ਪੋਸ਼ਣ ਹੈ ਜਿਹੜਾ, ਪਰ ਉਹਨਾਂ 'ਚੋਂ ਇਹ ਚੀਜ਼ ਨਹੀਂ ਪ੍ਰਭਾਵ ਪਾਉਂਦਾ। ਇਹ ਆਪਾਂ ਪਹਿਲੀ ਪੜ੍ਹ ਕੇ ਗਏ, ਜੈਨੇਟਿਕ ਕਰਕੇ ਆਪਰੇਸ਼ਨ ਦੁਬਾਰਾ ਰਿਪੀਟ ਹੋ ਗਿਆ। ਠੀਕ ਹੈ, ਇਸ ਤੋਂ ਬਾਅਦ ਅੱਗੇ ਇਹ ਮੇਜਰ ਸਟਰੈਂਥ ਆਫ ਇਕੋਲੋਜੀਕਲ ਥਿਊਰੀ ਇਜ਼ ਇਟਸ ਫਰੇਮਵਰਕ ਫੋਰ ਐਕਸਪਲੇਨ। ਪੰਜਾਬੀ 'ਚ ਦੇਖਦੇ ਇੱਕ ਵਾਰੀ ਜੇ ਲਿਖਿਆ ਹੋਇਆ ਤਾਂ, ਲਿਖਿਆ ਨਹੀਂ ਹੈਗਾ। ਇਹ ਆਪਾਂ ਹੁਣੀ ਪੜ੍ਹ ਕੇ ਗਏ ਵੈਸੇ, ਉਹੀ ਆਪਰੇਸ਼ਨ ਹੈਗਾ। ਹਾਂ, ਪਹਿਲਾਂ ਵਾਲੀ ਹੈ ਕਿ ਬੱਚੇ 'ਤੇ ਜਿਹੜਾ ਉਹਦਾ ਉਹ ਹੈ ਇੱਕ ਵਰਤਾਵਾਨ ਜਾਂ ਪਾਲਣ ਪੋਸ਼ਣ ਉਹ ਕੀ ਪ੍ਰਭਾਵ ਪਾਉਂਦਾ ਗਾ? ਉਹ ਪਾਉਂਦਾ ਅਫੈਕਟਿੰਗ ਪ੍ਰੋਸੈਸ ਆਫ ਡਿਵੈਲਪਮੈਂਟ। ਇਹ ਪਰਸਨ ਵਿਦ ਨੇਚਰ ਸਟਰੋਂਗਲੀ, ਉਹੀ ਆਪਰੇਸ਼ਨ ਦੁਬਾਰੇ ਆ ਗਿਆ ਕਿ ਬੱਚਾ ਮਤਲਬ ਕਿਹੜੀ ਚੀਜ਼ ਉਹਦੇ ਮਤਲਬ ਜੀਵਨ ਨੂੰ ਅਫੈਕਟ ਨਹੀਂ ਕਰਦੀ, ਜੈਨੇਟਿਕ ਫੈਕਟਰ। ਤੁਸੀਂ ਇੱਕ ਹਾਈਪਰ ਐਕਟਿਵ ਬੱਚੇ ਨੂੰ ਸਹੀ ਮਾਰਗ ਕਿਵੇਂ ਲਿਆਓਗੇ? ਹਾਈਪਰ ਐਕਟਿਵ ਦਾ ਮਤਲਬ ਹੈਗਾ ਕਿ ਬੱਚਾ ਮਤਲਬ ਦੂਸਰਿਆਂ ਦੇ ਮੁਕਾਬਲੇ ਐਕਟਿਵ ਹੈਗਾ। ਠੀਕ ਹੈ, ਇਹ ਗੱਲ ਯਾਦ ਰੱਖਣੀ। ਉਦੋਂ ਕਲਾਸ ਦੇ ਸਾਹਮਣੇ ਬਿਠਾਓ ਤਾਂ ਸਖਤ ਨਿਗਰਾਨੀ ਵਿੱਚ ਰੱਖੋ। ਕਲਾਸ ਦੇ ਵਿੱਚ ਇੱਕ ਕੋਨੇ ਵਿੱਚ ਉਸਦੀ ਇੱਕ ਸ਼ੀਟ ਨਿਰਧਾਰਤ ਕਰੋ। ਉਸਨੂੰ ਰੁੱਖਾਂ ਨੂੰ ਪਾਣੀ ਦੇਣੇ, ਬਲੈਕਬੋਰਡ ਸਾਫ਼ ਕਰਨ, ਮਿੱਟੀ ਦੇ ਖਿਡੌਣੇ ਬਣਾਉਣ ਵਿੱਚ ਆਦਿ ਕੰਮ ਦਿਓ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਤਾਂ ਸਹੀ ਮਾਰਗ 'ਤੇ ਕਿਵੇਂ ਲਿਆਵਾਂਗੇ ਆਪਾਂ? ਹਾਈਪਰ ਐਕਟਿਵ ਬੱਚੇ ਨੂੰ ਉਸਨੂੰ ਰੁੱਖਾਂ ਨੂੰ ਪਾਣੀ ਦੇਣ ਲਈ ਕਹੋ ਅਤੇ ਬੋਰਡ ਨੂੰ ਸਾਫ਼ ਕਰਨ ਲਈ ਕਹੋ। ਇਹਨਾਂ ਉਹ ਐਕਟਿਵ ਹੋਊਗਾ ਦਿਨੋਂ ਦਿਨ। ਬੱਚਿਆਂ ਦਾ ਵਰਤਾਵਨ ਦ੍ਰਿਸ਼ਟੀਕੋਣ ਇਹ ਕੀ ਮੰਨਦਾ ਹੈ? ਬੱਚੇ ਦਾ ਵਿਕਾਸ ਅਤੇ ਪਰਿਵਰਤਨ ਇੱਕ ਵਿਲੱਖਣ ਸਮਾਂ ਹੈ। ਬੱਚੇ ਦਾ ਵਰਤਾਵਨ ਦਾ ਜਿਹੜਾ ਦ੍ਰਿਸ਼ਟੀਕੋਣ ਆ ਉਹ ਕੀ ਮੰਨਦਾ ਗਾ ਕਿ ਬੱਚੇ ਦਾ ਵਿਕਾਸ ਅਤੇ ਜਿਹੜਾ ਉਹਦੇ ਪਰਿਵਰਤਨ ਹੋ ਰਿਹਾ ਉਹ ਇੱਕ ਅਲੱਗ ਸਮਾਂ ਜਿਹੜਾ ਬੱਚੇ ਦੀ ਜ਼ਿੰਦਗੀ ਨੂੰ ਬਦਲ ਸਕਦਾ ਗਾ। ਠੀਕ ਹੈ, ਇਹ ਗੱਲ ਯਾਦ ਰੱਖਣ। ਦੇਖੋ, ਆਪਸ਼ਨਾਂ ਤਾਂ ਆਟੋਮੈਟਿਕ ਹੀ ਗਲਤ ਹੁੰਦੀਆਂ। ਬੱਚੇ ਜ਼ਿਆਦਾਤਰ ਤਰੀਕਿਆਂ ਨਾਲ ਬਾਲਗਾਂ ਦੇ ਸਮਾਨ ਹੁੰਦੇ ਹਨ। ਇਹ ਕਿਵੇਂ ਹੋ ਜਾਣਗੇ ਬਾਲਗਾਂ ਦੇ ਸਮਾਨ? ਜਿੰਨਾ ਜ਼ਰੂਰੀ ਏਜ ਦੇ ਤਜਰਬਾ ਵੀ ਏਜ ਦੇ ਹਿਸਾਬ ਤੋਂ ਹੀ ਵੱਧਦਾ ਨਾ। ਬੱਚਿਆਂ ਨੂੰ ਨੌਜਵਾਨ ਬਾਲਗਾਂ ਸਭ ਤੋਂ ਵਧੀਆ ਵਿਵਹਾਰ ਕੀਤਾ ਜਾਵੇ। ਇਹ ਗਲਤ ਆ ਸਾਰੀਆਂ ਚੀਜ਼ਾਂ ਹੀ। ਆਪਰੇਸ਼ਨ ਦੁਬਾਰੇ ਰਿਪੀਟ ਹੋ ਗਿਆ ਭਾਈ। ਹਾਊ ਵਿਲ ਬਰਿੰਗ ਹਾਈਪਰ ਐਕਟਿਵ ਚਾਈਲਡ ਔਨ ਦਾ ਰਾਈਟ ਪਾਥ। ਕੀ ਬੱਚੇ ਦਾ ਰਾਈਟ ਪਾਥ ਕੀ ਹੈ? ਸਹੀ ਰਸਤਾ ਕੀ ਹੋਊਗਾ? ਸਹੀ ਰਸਤੇ ਲਿਆਉਣ ਵਾਸਤੇ ਆਪਾਂ ਹਾਈਪਰ ਐਕਟਿਵ ਬੱਚੇ ਵਾਸਤੇ ਕੀ ਕਰਾਂਗੇ? ਗਿਵ ਦਾ ਹਿਮ ਟਾਸਕ, ਉਹਨੂੰ ਰੁੱਖਾਂ ਨੂੰ ਪਾਣੀ ਦੇਣ ਲਈ ਕਹਾਂਗੇ। ਕਲੀਨਿੰਗ ਦਾ ਬਲੈਕਬੋਰਡ, ਉਹਨੂੰ ਬਲੈਕਬੋਰਡ ਸਾਫ਼ ਕਰਨ ਲਈ ਕਹਾਂਗੇ। ਮੇਕਿੰਗ ਟੋਆਏ, ਉਹਨੂੰ ਮਿੱਟੀ ਦੇ ਮਤਲਬ ਬਰਤਨ ਖਿਡੌਣੇ ਬਣਾਉਣ ਲਈ ਕਹਾਂਗੇ। ਠੀਕ ਹੈ। ਦਾ ਕਰੰਟ ਵਿਊ ਆਫ ਚਾਈਲਡਹੁੱਡ ਅਜ਼ਿਊਮ ਡੈਟ, ਕਹਿੰਦੇ ਜਿਹੜਾ ਬੱਚਾ ਹੁੰਦਾ ਗਾ ਉਹਦੇ ਕਹਿੰਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਜਾਂ ਵਿਕਾਸ ਦਾ ਪਹਿਲੂ ਕਿਹੜਾ ਹੁੰਦਾ ਗਾ? ਚਾਈਲਡਹੁੱਡ ਇਹ ਜਨੀਕ ਪੀਰੀਅਡ ਐਂਡ ਗਰੋਥ ਐਂਡ ਚੇਂਜ, ਕਹਿੰਦਾ ਉਹਦਾ ਉਹੀ ਸਭ ਤੋਂ ਅਲੱਗ ਪੀਰੀਅਡ ਹੁੰਦਾ ਜਿਹਦੇ ਵਿੱਚ ਉਹ ਗਰੋਥ ਕਰਦਾ ਅਤੇ ਉਹ ਚੇਂਜ ਹੁੰਦਾ ਗਾ, ਪਰਿਵਰਤਨਸ਼ੀਲ ਹੁੰਦਾ। ਮੋਸਟ ਇੰਪੋਰਟੈਂਟ ਵਰਕ ਆਫ ਟੀਚਰ ਦਾ ਮੋਸਟ ਇੰਪੋਰਟੈਂਟ ਵਰਕ ਕੀ ਹੈਗਾ? ਟੂ ਔਰਗਨਾਈਜ਼ ਟੀਚਿੰਗ ਵਰਕ, ਆਪਣੇ ਕੰਮ ਨੂੰ ਔਰਗਨਾਈਜ਼ ਕਰਕੇ ਬੱਚੇ ਨੂੰ ਟੀਚ ਕਰਨਾ। ਠੀਕ ਹੈ, ਵੈਰੀ ਵੈਰੀ ਇੰਪੋਰਟੈਂਟ। ਇਹ ਟੀਚਰ ਸ਼ੁੱਡ ਵੀ ਕੀ ਹੋਣਾ ਚਾਹੀਦਾ? ਡਿਊਟੀਫੁਲ। ਠੀਕ ਹੈ, ਟੀਚਰ ਕੀ ਹੋਣਾ ਚਾਹੀਦਾ? ਡਿਊਟੀਫੁਲ ਹੋਣਾ ਚਾਹੀਦਾ। ਮੋਸਟ ਇੰਪੋਰਟੈਂਟ ਵਰਕ ਆਫ ਟੀਚਰ, ਉਹੀ ਦੁਬਾਰਾ ਗੱਲ ਆ ਕਿ ਅਧਿਆਪਨ ਕਾਰਜ ਦਾ ਆਯੋਜਨ। ਠੀਕ ਹੈ, ਇੰਪੋਰਟੈਂਟ ਵਰਕ ਕਲਾਸ ਦਾ ਇੰਪੋਰਟੈਂਟ ਵਰਕ ਹੈਗਾ ਪਰ ਇਹਦੇ ਵਿੱਚ ਨਹੀਂ ਆਉਂਦਾ। ਇੱਕ ਅਧਿਆਪਕ ਹੋਣਾ ਚਾਹੀਦਾ ਹੈਗਾ। ਠੀਕ ਹੈ, ਡਿਊਟੀਫੁਲ, ਇਹ ਗੱਲ ਯਾਦ ਰੱਖਣੀ, ਡਿਊਟੀਫੁਲ ਹੋਣਾ ਚਾਹੀਦਾ। ਇਮਾਨਦਾਰੀ ਨੂੰ ਕਿਹੜਾ ਆਪਾਂ ਤੋਂ ਪੈਸੇ ਲੈਣੇ ਅਧਿਆਪਕ ਤੋਂ ਆਪਾਂ, ਹੈ ਨਾ। ਮਿਹਨਤ ਨੂੰ ਕੋਈ ਆਪਾਂ ਕੀ ਕਰਵਾਉਣਾ ਅਧਿਆਪਕ ਤੋਂ? ਮਿਹਨਤ, ਪਰ ਅਧਿਆਪਕ ਡਿਊਟੀਫੁਲ ਜ਼ਰੂਰ ਹੋਣਾ ਚਾਹੀਦਾ। ਇੱਕ ਅਧਿਆਪਕ ਸਵਾਏ ਹੇਠ ਲਿਖੇ ਸਾਰੇ ਕੰਮ ਕਰਕੇ ਵਿਦਿਆਰਥੀਆਂ ਲਈ ਸਮੱਸਿਆ ਨੂੰ ਸੁਲਝਾਉਣ ਲਈ ਮਜ਼ੇਦਾਰ ਬਣਾ ਦਿੰਦਾ ਹੈ। ਦੇਖੋ, ਇੱਕ ਅਧਿਆਪਕ ਦੈਸ਼ ਸਵਾਏ ਹੇਠਾਂ ਦਿੱਤੇ ਸਾਰੇ ਕੰਮ ਵਿਦਿਆਰਥੀਆਂ ਦੀ ਸਮੱਸਿਆ ਨੂੰ ਸੁਲਝਾਉਣ ਦਾ ਮਜ਼ੇਦਾਰ ਬਣਾ ਦਿੰਦਾ ਹੈ। ਠੀਕ ਹੈ, ਵਿਦਿਆਰਥੀਆਂ ਦੀ ਸੰਪੂਰਨ ਦੀ ਉਮੀਦ ਕਰਦੇ ਹੋਏ ਆਪਣੇ ਆਪ ਨੂੰ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣ। ਠੀਕ ਹੈ, ਤਾਂ ਡੀ ਨੰਬਰ ਆਪਸ਼ਨ ਇਹਦਾ ਆਨਸਰ ਆ ਜਾਊਗਾ। ਇੱਕ ਮਿਆਰੀ ਪੜ੍ਹਨ ਦੀ ਪ੍ਰੀਖਿਆ ਦੇਣ ਲਈ 5ਵੀਂ ਜਮਾਤ ਦੀ ਕਲਾਸ ਤਿਆਰ ਕਰਨ ਵਿੱਚ ਅਧਿਆਪਕ ਨੂੰ ਸਭ ਤੋਂ ਵਧੀਆ ਸਲਾਹ ਦਿੱਤੀ ਜਾਂਦੀ ਹੈ। ਇੱਕ ਮਿਆਰੀ ਕਲਾਸ ਜਾਂ 5ਵੀਂ ਕਲਾਸ ਦੀ ਕੀ ਸਲਾਹ ਦਿੱਤੀ ਜਾਂਦੀ ਹੈ? ਉਹਨੂੰ ਬੱਚਿਆਂ ਨੂੰ ਦੱਸੋ ਕਿ ਉਹ ਬਹੁਤ ਵਧੀਆ ਮਹੱਤਵਪੂਰਨ ਸਭ ਤੋਂ ਵਧੀਆ ਕਰਨਾ ਚਾਹੀਦਾ ਹੈ, ਉਹ ਕੀ ਕਰ ਸਕਦੇ ਹਨ। ਤਾਂ ਸਿਰਫ ਆਪਾਂ ਪੁਆਇੰਟ ਆਫ ਦੀ ਗੱਲ ਕਰਾਂਗੇ। ਇੱਕ ਮਿਆਰੀ ਪੜ੍ਹਨ ਦੀ ਪ੍ਰੀਖਿਆ ਦੇਣ ਲਈ 5ਵੀਂ ਜਮਾਤ ਦੀ ਕਲਾਸ ਤਿਆਰ ਕਰਨ ਲਈ ਅਧਿਆਪਕ ਨੂੰ ਸਭ ਤੋਂ ਵਧੀਆ ਸਲਾਹ ਦਿੱਤੀ ਜਾਂਦੀ ਹੈ ਕਿ ਵਿਦਿਆਰਥੀਆਂ ਨੂੰ ਸਮਾਨ ਪ੍ਰਸ਼ਨ ਦੇ ਉੱਤਰ ਦਾ ਅਭਿਆਸ ਕਰਵਾਓ। ਠੀਕ ਹੈ ਜੀ, ਇਹ ਅਭਿਆਸ ਕਰਾਓ ਬੱਚੇ ਨੂੰ।
ਬਾਲ ਵਿਕਾਸ ਦੇ ਅਧਿਐਨ ਖੇਤਰ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ। ਜਿਹੜਾ ਬਾਲ ਵਿਕਾਸ ਦਾ ਅਧਿਐਨ ਹੈ ਦੇਸ਼ ਦੇ ਖੇਤਰ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈਗਾ। ਕਿਹਦੇ ਖੇਤਰ ਵਜੋਂ? ਬੱਚੇ ਦੇ ਬੋਧਾਤਮਕ, ਸਮਾਜਿਕ ਅਤੇ ਹੋਰ ਸਮਰੱਥਾਵਾਂ ਹੌਲੀ ਹੌਲੀ ਵਿਕਾਸ ਦੇ ਲੇਖੇ ਦੇ ਵਿੱਚ। ਠੀਕ ਹੈ, ਬੱਚੇ ਦਾ ਬੋਧਾਤਮਕ ਵਿਕਾਸ, ਬੱਚੇ ਦੀ ਬੁੱਧੀ ਦਾ ਵਿਕਾਸ ਕਰਨਾ, ਸਮਾਜਿਕ ਅਤੇ ਹੋਰ ਜਿਹੜੇ ਵੀ ਉਹਦੇ ਦੇ ਵਿੱਚ ਕੰਮਾਂ ਦੇ ਵਿੱਚ ਉਹ ਮਤਲਬ ਦਖਲਅੰਦਾਜ਼ੀ ਕਰਦਾ, ਉਹਨੂੰ ਹੌਲੀ ਹੌਲੀ ਵਿਕਾਸ ਦੇ ਲੇਖੇ ਵਿੱਚ ਤੋਰਨਾ, ਇਹ ਬੱਚਿਆਂ ਦੇ ਅਧਿਐਨ ਨੂੰ ਪਰਿਭਾਸ਼ਿਤ ਕਰਦਾ ਗਾ। ਠੀਕ ਹੈ, ਇਸ ਤੋਂ ਬਾਅਦ ਆਹੀ ਪ੍ਰਸ਼ਨ ਦੁਬਾਰਾ ਇੰਗਲਿਸ਼ ਦੇ ਵਿੱਚ ਹੈ ਬਈ, ਚਾਈਲਡ ਡਿਵੈਲਪਮੈਂਟ ਇਜ਼ ਡਿਫਾਈਨ ਐਸ ਦਾ ਫੀਲਡ ਆਫ ਸਟੱਡੀ ਡੈਟ ਅਕਾਊਂਟ ਦਾ ਗ੍ਰੈਜੂਏਸ਼ਨ ਐਵੋਲਿਊਸ਼ਨ ਆਫ ਦਾ ਚਾਈਲਡ ਕੋਗਨੀਟਿਵ, ਸੋਸ਼ਲ ਐਂਡ ਅਦਰ ਕਪੈਸਿਟੀ। ਓਕੇ, ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਆ ਗਈ ਲਾਸਟ ਦੀ ਭਾਈ, ਕੁਐਸਚਨਿੰਗ ਇਨ ਦਾ ਕਲਾਸਰੂਮ। ਇਹਨੂੰ ਕੀ ਕਹਾਂਗੇ ਆਪਾਂ? ਕਲੈਰਿਸ ਆਫ ਦਾ ਸਬਜੈਕਟ ਮੈਟਰ। ਠੀਕ ਹੈ, ਕਲੈਰਿਸ ਆਫ ਦਾ ਸਬਜੈਕਟ ਮੈਟਰ, ਇਹ ਪੰਜਾਬੀ ਦੇ ਵਿੱਚ ਵੀ ਪਿਆ ਭਾਈ ਪ੍ਰਸ਼ਨ ਆ ਪਿਆ ਗਾ। ਕਲਾਸਰੂਮ ਦੇ ਵਿੱਚ ਸਪਸ਼ਟ ਪ੍ਰਸ਼ਨ ਆਪਾਂ ਕੀ ਕਹਾਂਗੇ? ਵਿਸ਼ਾ ਵਸਤੂ ਨੂੰ ਸਪਸ਼ਟ ਕਰਦਾ ਹੈ। ਠੀਕ ਹੈ, ਕਲਾਸਰੂਮ ਕੀ ਕਰਦਾ ਗਾ? ਇੱਕ ਵਿਸ਼ਾ ਵਸਤੂ ਨੂੰ ਸਪਸ਼ਟ ਕਰਦਾ। ਤਾਂ ਇਹਨਾਂ ਭਾਈ ਅੱਜ ਆਪਣੇ 25 ਦੇ 25 ਹੋ ਗਏ। ਕੱਲ੍ਹ ਨੂੰ ਤੁਹਾਡੀ ਲੱਗਣੀ ਨਿਊਟ੍ਰੀਸ਼ਨ ਦੀ ਕਲਾਸ। ਠੀਕ ਹੈ, ਨਿਊਟ੍ਰੀਸ਼ਨ ਦਾ ਵਿੱਚ ਟੌਪਿਕ ਦਿੱਤਾ ਹੋਇਆ, ਉਹਦੀ ਕਲਾਸ ਲਾਵਾਂਗੇ। ਹੁਣ ਆਪਾਂ ਵਿਦ ਟੌਪਿਕ ਵੀ ਚੱਲਿਆ ਕਰਨਗੇ। 2-3 ਦਿਨਾਂ ਬਾਅਦ ਤੁਹਾਨੂੰ MCQ ਕਰਵਾ ਦਿਆ ਕਰੂੰਗਾ ਵਿਦ ਟੌਪਿਕ ਵੀ। ਜਿੰਨਾ ਚਿਰ ਆਪਣਾ ਟੌਪਿਕ ਨਹੀਂ ਕਲੀਅਰ ਹੁੰਦਾ ਉਹਨਾਂ ਚਿਰ ਆਪਾਂ ਅੱਗੇ ਨਹੀਂ ਜਾ ਸਕਦੇ। ਠੀਕ ਹੈ, ਤਾਂ ਥਿਊਰੀਆਂ ਸਾਰਾ ਕੁਛ ਤੁਹਾਨੂੰ A to Z ਮੈਂ ਪ੍ਰੋਵਾਈਡ ਕਰਵਾਊਂਗਾ, ਟੈਨਸ਼ਨ ਲੈਣੀ ਕਿਸੇ ਵੀ ਬੱਚੇ ਦੀ। ਠੀਕ ਹੈ, ਅਤੇ MCQ ਵੀ ਤੁਹਾਨੂੰ ਪੂਰੇ ਵਧੀਆ ਤਰੀਕੇ ਨਾਲ ਕਰਵਾਏ ਜਾਇਆ ਕਰਨਗੇ। ਠੀਕ ਹੈ, ਅਤੇ ਦਿਨ 'ਚ ਸ਼ਾਇਦ ਤੁਹਾਨੂੰ ਹੋ ਸਕਦਾ ਕਿ 2 ਲੈਕਚਰ ਵੀ ਪ੍ਰੋਵਾਈਡ ਕਰ ਦਿਆ ਕਰਾਂ 20 MCQ ਦੇ, ਤਾਂ ਸਾਰੇ ਬੱਚਿਆਂ ਨੇ ਧਿਆਨ ਨਾਲ ਲਾਉਣੇ ਆ। ਠੀਕ ਹੈ, ਦੂਸਰੇ ਪਾਸੇ ਇੱਕ ਗੱਲ ਤੁਹਾਨੂੰ ਹੋਰ ਦੱਸਣ ਲੱਗਿਆ, ਇਹ ਕੋਈ ਛੋਟੀ ਮੋਟੀ ਪੋਸਟ ਨਹੀਂ ਹੈਗੀ। ਦੁਬਾਰੇ ਫੇਰ ਦੱਸਣ ਲੱਗਿਆ ਮੈਂ, ਇਹ ਪ੍ਰਿੰਸੀਪਲ ਦੀ ਪੋਸਟ ਆ। ਕਹਿਣ ਦਾ ਮਤਲਬ ਤੁਸੀਂ ਇੱਕ ਜ਼ਿਲ੍ਹੇ ਦੇ ਮਾਲਕ ਬਣ ਸਕਦੇ ਹੋ। ਠੀਕ ਹੈ, 144 ਵੈਕੈਂਸੀਆਂ ਹੈਗੀਆਂ। ਜ਼ਿਲ੍ਹੇ ਕਿੰਨੇ ਆਪਣੇ? 23। ਠੀਕ ਹੈ, 23 ਨੂੰ ਜਦੋਂ 144 'ਤੇ ਵੰਡੋਗੇ ਤੁਸੀਂ ਤਾਂ ਕਿੰਨੇ ਆ ਗਏ? ਸਮਝ ਲਓ ਕਿ ਹਾਂ, ਇੱਕ ਜ਼ਿਲ੍ਹੇ ਦੇ ਵਿੱਚ ਕਿੰਨੇ ਆ ਗਏ ਕੈਂਡੀਡੇਟ ਆਪਣੇ ਕੋਲ? ਤਾਂ ਤੁਸੀਂ 140 ਮੰਨ ਲਓ, ਇਹਨੂੰ 20 ਮੰਨ ਲਓ। ਠੀਕ ਹੈ, ਤਾਂ ਦੇਖੋ ਇੱਕ ਜ਼ਿਲ੍ਹੇ ਦੇ ਵਿੱਚ 7 ਸੁਪਰਵਾਈਜ਼ਰ ਆਏ ਇੱਕ ਜ਼ਿਲ੍ਹੇ ਦੇ ਵਿੱਚ, ਅਤੇ ਇੱਕ ਜ਼ਿਲ੍ਹੇ ਦੇ ਵਿੱਚ ਪਿੰਡ ਕਿੰਨੇ ਹੋ ਜਾਂਦੇ ਆ? ਸੰਜੂ ਜੀ, ਪਿੰਡ ਕਿੰਨੇ ਹੋ ਜਾਂਦੇ ਇੱਕ ਜ਼ਿਲ੍ਹੇ ਦੇ ਵਿੱਚ? ਤਾਂ ਤੁਸੀਂ ਇਹ ਸਮਝ ਲਓ ਕਿ ਤੁਹਾਡੇ ਕੋਲ ਬਹੁਤ 20-25 ਪਿੰਡਾਂ ਤੋਂ ਜ਼ਿਆਦਾ ਇੱਕ ਬੰਦੇ ਕੋਲ ਜ਼ਿੰਮੇਵਾਰੀ ਹੋਣੀ, ਇੱਕ ਆਂਗਣਵਾੜੀ ਸੁਪਰਵਾਈਜ਼ਰ ਕੋਲ। ਹੁਣ ਆਂਗਣਵਾੜੀ ਵਾਲਾ ਕੰਮ ਨਹੀਂ, ਤੁਹਾਡੇ ਸਕੂਲਾਂ ਦੇ ਵਿੱਚ ਵੀ ਤੁਹਾਨੂੰ ਲਾਉਣਗੇ। ਸਕੂਲਾਂ ਦੇ ਵਿੱਚ ਵੀ ਤੁਹਾਡੀ ਉਹ ਹੋ ਸਕਦੀ ਡਿਊਟੀ। ਸਰਕਾਰੀ ਸਕੂਲਾਂ ਦੇ ਵਿੱਚ ਮਿਡ ਡੇ ਮੀਲ ਦੇ ਵਿੱਚ ਤੁਹਾਡੀ ਚੈਕਿੰਗ ਦੀ ਡਿਊਟੀ ਹੋਇਆ ਕਰੂਗੀ। ਬਹੁਤ ਜ਼ਿਆਦਾ ਹਾਈਲਾਈਟਡ ਪੋਸਟ ਹੈ ਇਹ। ਸਮਝ ਲਓ ਕਿ ਇੱਕ ਤਹਿਸੀਲਦਾਰ ਦੇ ਲੈਵਲ ਦੀ ਪੋਸਟ ਹੈ ਇਹ। ਠੀਕ ਹੈ ਨਾ, ਅਤੇ ਇਹਨੂੰ ਕੋਈ ਮਾੜਾ ਮੋਟਾ ਹਲਕੇ 'ਚ ਨਹੀਂ ਲੈਣਾ ਕਿਸੇ ਵੀ ਬੱਚੇ ਨੇ। ਤੁਸੀਂ ਇਹ ਦੇਖੋ ਕਿ ਮਤਲਬ ਸਾਰੇ ਸਕੂਲਾਂ ਦੇ ਵਿੱਚ ਘੱਟੋ ਘੱਟ ਤੁਸੀਂ 15-20 ਪਿੰਡਾਂ ਦੇ ਮਾਲਕ ਬਣ ਜਾਓਗੇ। ਚੰਗੀ ਤਨਖਾਹ ਲੱਗਣ ਸਾਰੇ ਦੇ ਵਿੱਚ 29,500 ਰੁਪਏ ਤਨਖਾਹ ਪਹਿਲੇ ਮਹੀਨੇ ਤੋਂ ਸ਼ੁਰੂ ਹੈਗੀ। ਕੋਈ ਇਹਦੇ ਵਿੱਚ ਦੂਸਰਾ ਪੀਰੀਅਡ ਨਹੀਂ ਹੈਗਾ ਕਿ ਤੁਹਾਨੂੰ 6 ਮਹੀਨੇ ਪਹਿਲਾਂ ਸਾਲ ਤੁਹਾਨੂੰ 5-7-8 ਹਜ਼ਾਰ ਦੇ ਲਈ ਫਿਰਨਗੇ। ਲੱਗਣ ਸਾਰ 29,500 ਰੁਪਏ ਤਨਖਾਹ ਹੈਗੀ। ਠੀਕ ਹੈ, ਮੈਂ ਵਧਾਈ ਦਿੰਦਾ ਕਿ ਕਰਮ ਵਾਲੇ ਬੱਚੇ ਜਿਨ੍ਹਾਂ ਨੇ ਆਹ ਪੋਸਟ ਅਪਲਾਈ ਕਰਤੀ ਤਾਂ ਲੱਗਣ ਦੇ ਫੁੱਲ ਚਾਂਸ ਨੇ। ਬਹੁਤ ਘੱਟ ਲੋਕਾਂ ਨੇ ਅਪਲਾਈ ਕੀਤਾ। ਬਾਕੀ ਅਪਲਾਈ ਵੀ ਉਹਨਾਂ ਨੇ ਕੀਤਾ ਜਿਨ੍ਹਾਂ ਨੇ ਸਬਜੈਕਟ ਮੰਗੇ ਸੀ। ਠੀਕ ਹੈ ਨਾ, ਅਤੇ ਧਿਆਨ ਨਾਲ ਬਸ ਜ਼ੋਰ ਲਾ ਦਿਓ ਥੋੜ੍ਹਾ ਜਿਹਾ, ਅਤੇ ਮੇਰੇ ਨਾਲ ਲੱਗੇ ਰਹੋ ਪੁੱਤਰੋ। ਤੁਹਾਡੇ ਸਬਜੈਕਟ ਜਮ੍ਹਾਂ ਤੁਹਾਨੂੰ ਪਾਸ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਹੈ। ਠੀਕ ਹੈ, ਅਤੇ ਸੱਚ ਮੈਥ ਦੇ ਉਹ ਸੱਚ ਮੈਂ ਤੁਹਾਨੂੰ ਅਲੱਗ ਵੀਡੀਓ ਬਣਾ ਦੂੰਗਾ ਇੱਕ, ਉਹ ਸਾਰੇ ਬੱਚਿਆਂ ਨੇ ਦੇਖਣੀ ਆਂਗਣਵਾੜੀ ਵਾਲੇ ਨੇ ਸਪੈਸ਼ਲ। ਠੀਕ ਹੈ, ਤੁਸੀਂ ਦੱਸੂਗਾ ਤੁਸੀਂ ਕੀ ਕੁਛ ਪੜ੍ਹਨਾ ਕੀ ਕੁਛ ਨਹੀਂ ਪੜ੍ਹਨਾ।